ਅੱਜ ਅਸੀਂ ਬੱਚੇ ਸਿੱਖਾਂਗੇ ਮੱਤੀ ਦੀ ਅੰਜੀਲ 19 ਅਧਿਆਏ ਉਹਦਾ 16 ਵਚਨ। ਮੱਤੀ ਦੀ ਅੰਜੀਲ 19 ਅਧਿਆਏ ਉਹਦਾ 16 ਵਚਨ ਕੋਈ ਵੀ ਪढ़ ਸਕਦਾ। और सब जन जरूर अपनी बाइबल नाल लेके आया करो, एक डायरी और एक पेन लेके आया करो, तां जो तुसीं परमेश्वर दे वचन नूं नोट कर सको, जो घर भी जाके परमेश्वर दे वचन पढ़ सको। और बार बार वचन पढ़न दे नाल मनन करन दे नाल परमेश्वर सानूं आशीष करदा वा। वचन जरूर पढ़ना चाहिए, सुनना चाहिए, मनन करना चाहिए और उहदे अनुसार चलना चाहिए है। हालेलुया। पढ़िए। ਵੇਖੋ ਇੱਕ ਜਣੇ ਨੇ ਉਹਦੇ ਕੋਲ ਆਣ ਕੇ ਕਿਹਾ, ਮੈਂ ਮੱਤੀ ਦੀ ਅੰਜੀਲ 19 ਦੇ ਉਹਦਾ 16 ਵਚਨ। ਤਾਂ ਵੇਖੋ ਇੱਕ ਜਣੇ ਨੇ ਉਹਦੇ ਕੋਲ ਆਣ ਕੇ ਕਿਹਾ, ਵੇਖੋ ਇੱਕ ਜਣੇ ਨੇ ਯਿਸੂ ਦੇ ਕੋਲ ਆ ਕੇ ਉਹਨੂੰ ਕਿਹਾ, ਗੁਰੂ ਜੀ ਮੈਂ ਕਿਹੜਾ ਭਲਾ ਕੰਮ ਕਰਾਂ, ਗੁਰੂ ਜੀ ਮੈਂ ਕਿਹੜਾ ਭਲਾ ਕੰਮ ਕਰਾਂ ਜੋ ਮੈਨੂੰ ਸੰਦੀਪਕ ਜੀਵਨ ਮਿਲੇ, ਜੋ ਮੈਨੂੰ ਸੰਦੀਪਕ ਜੀਵਨ ਮਿਲ ਜੇ। ਹਾਲੇਲੂਇਆ। ਅੱਜ ਅਸੀਂ ਪ੍ਰਭੂ ਦੇ ਦਾਸਾਂ ਕੋਲ ਕਿਸ ਕੰਮ ਲਈ ਜਾਂਦੇ ਹਾਂ? ਸਾਡੀਆਂ ਪ੍ਰਾਰਥਨਾ ਕਿਹੜੀਆਂ ਨੇ? ਅਸੀਂ ਕਿਹੜੇ ਵਚਨ ਸਿੱਖਣਾ ਚਾਹੁੰਦੇ ਹਾਂ ਪਰਮੇਸ਼ਰ ਦੇ ਦਾਸਾਂ ਕੋਲ? ਹਾਲੇਲੂਇਆ। ਅਸੀਂ ਇਹੀ ਪ੍ਰਾਰਥਨਾ ਕਰਾਂਦੇ ਕਿ ਪਰਮੇਸ਼ਰ ਰੱਬ ਦੇ ਦਾਸ ਦੁਆ ਕਰਨ ਮੈਂ ਠੀਕ ਹੋ ਜਾਵਾਂ। ਹਾਲੇਲੂਇਆ। ਰੱਬ ਦੇ ਦਾਸ ਦੁਆ ਕਰਨ ਮੈਂ ਡਬਲ ਮੰਜ਼ਲੀ ਕੋਠੀ ਪਾਣੀ ਆ, ਗੱਡੀ ਮਿਲ ਜੇ, ਮੈਨੂੰ ਨਵੇਂ ਕੱਪੜੇ ਮਿਲ ਜਾਣ। ਸਾਡੀਆਂ ਪ੍ਰਾਰਥਨਾਵਾਂ, ਸਾਡੇ ਵਚਨ ਇਹੀ ਚਾਹੁੰਦੇ ਕਿ ਸਾਨੂੰ ਮਿਲਦੇ ਜਾਣ, ਜਿਹਦੇ ਨਾਲ ਸਾਡਾ ਘਰ ਭਰਦਾ ਜਾਏ, ਸਾਡਾ ਪੇਟ ਭਰਦਾ ਜਾਏ। ਪਰ ਅਸੀਂ ਇਸ ਧਰਤੀ ਨੂੰ ਜਦੋਂ ਛੱਡ ਕੇ ਜਾਣਾ, ਉਹਦੇ ਵਾਸਤੇ ਕਦੀ ਵੀ ਅਸੀਂ ਪ੍ਰਾਰਥਨਾ ਨਾ ਕਰਦੇ ਤੇ ਨਾ ਕਰਾਉਂਦੇ ਆ, ਤੇ ਨਾ ਅਸੀਂ ਉਹਨਾਂ ਵਚਨਾਂ ਨੂੰ ਸਿੱਖਣਾ ਚਾਹੁੰਦੇ। ਹਾਲੇਲੂਇਆ। ਉਹ ਕੀ ਕਹਿ ਰਿਹਾ ਵਾ ਕਿ ਉਹ ਮੈਨੂੰ ਕੰਮ ਦੱਸ ਜਿਹਦੇ ਨਾਲ ਮੈਂ ਸੰਦੀਪਕ ਜੀਵਨ ਦਾ ਅਧਿਕਾਰੀ ਬਣਾ। ਹਾਲੇਲੂਇਆ। ਸੰਦੀਪਕ ਜੀਵਨ ਬਹੁਤ ਜ਼ਰੂਰੀ ਹੈ ਸਾਡੇ ਲਈ। ਇਸ ਧਰਤੀ ਤੇ ਸਾਡਾ ਜੀਵਨ ਬਹੁਤ ਛੋਟਾ ਹੈ। 50 ਸਾਲ, 60 ਸਾਲ, 70 ਸਾਲ, 80 ਸਾਲ, ਹੱਦ 100 ਸਾਲ, ਪਰ ਇੱਕ ਨਾ ਇੱਕ ਦਿਨ ਅਸੀਂ ਇਸ ਧਰਤੀ ਨੂੰ ਛੱਡ ਕੇ ਜਾਣਾ। ਜਿਹੜਾ ਸੋਨਾ ਚਾਂਦੀ ਧਨ ਦੌਲਤ ਤੁਸੀਂ ਜੋੜਿਆ, ਜਾਂ 10 ਮੰਜ਼ਲੀ ਤੁਸੀਂ ਘਰ ਬਣਾ ਲਿਆ, ਸਾਰਾ ਕੁਝ ਇੱਥੇ ਰਹਿ ਜਾਣਾ ਹੈ। ਹਾਲੇਲੂਇਆ। ਪਰ ਸਾਡੀ ਦੌੜ, ਸਾਰੀ ਦੌੜ ਜਿਹੜੀ ਆ ਸਿਰਫ ਦੁਨਿਆਵੀ ਚੀਜ਼ਾਂ ਦੇ ਲਈ ਆ, ਦੁਨਿਆਵੀ ਬਰਕਤਾਂ ਦੇ ਲਈ ਆ, ਪਰ ਆਉਣ ਵਾਲੇ ਸਮੇਂ ਦੇ ਲਈ ਅਸੀਂ ਕੁਝ ਵੀ ਵਿਚਾਰਧਾਰਾ ਨਹੀਂ ਰੱਖਦੇ। ਯਹੂਨਾ ਦੀ ਅੰਜੀਲ 14 ਦੇ ਵਿੱਚ ਯਿਸੂ ਨੇ ਕੀ ਕਿਹਾ? ਉਹਨੇ ਕਿਹਾ ਮੈਂ ਜਾਨਾ ਤੇ ਤੁਹਾਡੇ ਲਈ ਜਗ੍ਹਾ। ਹਾਲੇਲੂਇਆ। ਜਿੰਨੇ ਵੀ ਆਤਮਿਕ ਲੋਕ ਨੇ, ਆਤਮਿਕ ਸੇਵਕ ਨੇ, ਆਤਮਿਕ ਕਲੀਸਿਆ ਵਾ, ਉਹ ਕੀ ਕਰਦੀ ਆ? ਉਹ ਆਉਣ ਵਾਲੇ ਸਮੇਂ ਦੇ ਬਾਰੇ ਪਹਿਲਾਂ ਹੀ ਵਿਚਾਰ ਕਰਦੀ ਆ। ਹਾਲੇਲੂਇਆ। ਪਰ ਸਾਡੀ ਵਿਚਾਰਧਾਰਾ ਕਿਹੜੀ ਆ? ਸਾਡੀ ਵਿਚਾਰਧਾਰਾ ਸਿਰਫ ਇੱਕ ਦੁਨਿਆਵੀ ਆ। ਸਾਡੀ ਪ੍ਰਾਰਥਨਾ ਸਿਰਫ ਇੱਕ ਦੁਨਿਆਵੀ ਲਿਸਟ ਦੀ ਤਰ੍ਹਾਂ ਹੁੰਦੀ ਆ। ਜਿਵੇਂ ਦੁਕਾਨ ਤੇ ਅਸੀਂ ਲਿਸਟ ਤਿਆਰ ਕਰਦੇ ਆ ਤੇ ਅਸੀਂ ਉਹਨੂੰ ਸਮਾਨ ਲਿਖਾ ਦਿੰਦੇ ਵੀ ਆ ਲਿਖ ਲਾ, ਲਿਖ ਲਾ। ਜਦ ਅਸੀਂ ਪ੍ਰਾਰਥਨਾ ਵੀ ਕਰਦੇ ਆ ਤੇ ਉਹਨਾਂ ਚਿਰ ਹੀ ਪ੍ਰਾਰਥਨਾ ਕਰਦੇ, ਜਦੋਂ ਸਾਡੀ ਲਿਸਟ ਪੂਰੀ ਹੋ ਜਾਂਦੀ ਆ ਤੇ ਅਸੀਂ ਆਮੀਨ ਕਹਿ ਕੇ ਤੇ ਕੀ ਹੋ ਜਾਂਦੇ ਆ? ਹਾਲੇਲੂਇਆ। ਪਰ ਵਚਨ ਚ ਲਿਖਿਆ ਕਿ ਉਹ ਕੀ ਕਹਿ ਰਿਹਾ ਕਿ ਮੈਨੂੰ ਉਹ ਕੰਮ ਦੱਸ ਜਿਹਦੇ ਨਾਲ ਮੈਂ ਸੰਦੀਪਕ ਜੀਵਨ ਦਾ ਅਧਿਕਾਰੀ ਬਣ ਜਾ, ਜਿਹਦੇ ਨਾਲ ਮੈਂ ਸਵਰਗ ਦਾ ਅਧਿਕਾਰੀ ਬਣ ਜਾ, ਜਿਹਦੇ ਨਾਲ ਮੈਂ ਸਦਾ ਤੋਂ ਸਦਾ ਤੱਕ ਪਰਮੇਸ਼ਰ ਦੇ ਨਾਲ ਰਹਿ ਸਕਾਂ। ਹਾਲੇਲੂਇਆ। ਹਾਂਜੀ। ਉਸ ਨੇ ਉਹਨੂੰ ਆਖਿਆ, ਯਿਸੂ ਨੇ ਉਹਨੂੰ ਆਖਿਆ, ਤੂੰ ਭਲਾਈ ਦੇ ਵਿਖੇ ਮੈਨੂੰ ਕਿਉਂ ਤੂੰ ਪੁੱਛਦਾ ਭਲਾਈ ਦੇ ਹੈ? ਕੰਮਾਂ ਦੇ ਵਿਖੇ ਮੈਨੂੰ ਕਿਉਂ ਪੁੱਛਦਾ ਹੈ? ਭਲਾ ਤਾਂ ਇੱਕੋ ਹੀ ਹੈ, ਭਲਾ ਤਾਂ ਇੱਕ ਹੀ ਹੈ। ਪਰ ਜੇ ਤੂੰ ਜੀਵਨ ਵਿੱਚ ਵੜਨਾ ਪਰ ਜੇ ਚਾਹੁੰਦਾ ਤੂੰ ਹੈ, ਜੀਵਨ ਵਿੱਚ ਵੜਨਾ ਚਾਹੁੰਦਾ ਤੇ ਤੈਨੂੰ ਕੱਲਾ ਭਲਾਈ ਦੇ ਕੰਮ ਜਿਹੜੇ ਆ ਉਹ ਜੀਵਨ ਦੇ ਰਾਜ ਦੇ ਅਧਿਕਾਰੀ ਬਣਾ ਸਕਦੇ। ਅੱਜ ਬਹੁਤ ਸਾਰੀਆਂ ਕੌਮਾਂ, ਬਹੁਤ ਸਾਰੇ ਲੋਕ ਕੀ ਕਰਦੇ ਆ? ਉਹ ਦੁਨਿਆਵੀ ਭਲਾਈ ਦੇ ਕੰਮ ਵਿੱਚ ਲੱਗੇ ਹੋਏ ਆ, ਪਰ ਉਹ ਇਹ ਚੀਜ਼ ਤੇ ਵਿਚਾਰ ਨਹੀਂ ਕਰਦੇ ਕਿ ਕਿਸ ਤਰੀਕੇ ਦੇ ਨਾਲ ਅਸੀਂ ਪਰਮੇਸ਼ਰ ਦੇ ਰਾਜ ਦੇ ਭਾਗੀ ਬਣ ਸਕਦੇ ਹਾਂ। ਹਾਲੇਲੂਇਆ। ਬਾਈਬਲ 'ਚ ਲਿਖਿਆ ਕਿ ਸਾਡੇ ਧਾਰਮਿਕਤਾ ਦੇ ਕੰਮ ਜਿਹੜੇ ਆ ਪਰਮੇਸ਼ਰ ਦੇ ਅੱਗੇ ਇੱਕ ਮੈਲੇ ਚਿੱਥੜੇ ਦੇ ਸਮਾਨ ਆ। ਹਾਲੇਲੂਇਆ। ਅਸੀਂ ਆਪਣੇ ਕੰਮਾਂ ਕਰਕੇ ਸਵਰਗ ਦੇ ਰਾਜ ਦੇ ਭਾਗੀ ਨਹੀਂ ਬਣ ਸਕਦੇ, ਬਲਕਿ ਵਚਨ 'ਚ ਲਿਖਿਆ ਕਿ ਯਿਸੂ ਮਸੀਹ ਦੇ ਵਚਨ ਤੇ ਵਿਸ਼ਵਾਸ ਕਰਕੇ, ਪਰਮੇਸ਼ਰ ਦੇ ਵਚਨ ਨੂੰ ਮੰਨ ਕੇ ਤੇ ਫਿਰ ਅਸੀਂ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਬਣ ਸਕਦੇ ਹਾਂ। ਹਾਲੇਲੂਇਆ।
ਬਲਕਿ ਕੇਵਲ ਦੁਨਿਆਵੀ ਕੰਮਾਂ ਧੰਦਿਆਂ ਦੇ ਦੁਆਰਾ ਅਸੀਂ ਰੱਬ ਦੇ ਰਾਜ ਦੇ ਅਧਿਕਾਰੀ ਨਹੀਂ ਬਣ ਸਕਦੇ। ਹਾਲੇਲੂਇਆ। ਕਿ ਤੁਸੀਂ ਕਿਸੇ ਮੰਗਤੇ ਨੂੰ 10 ਰੁਪਏ ਦੇ ਕੇ ਤੁਸੀਂ ਸਵਰਗ ਚਲ ਜਾਣਾ ਵਾ, ਜਾਂ ਤੁਸੀਂ ਸੜਕ ਦੇ ਉੱਤੇ ਲੰਗਰ ਲਾਤਾ ਤੁਸੀਂ ਸਵਰਗ ਵਿੱਚ ਚਲ ਜਾਣਾ ਵਾ। ਕਿਉਂਕਿ ਜਿੰਨਾ ਚਿਰ ਪਰਮੇਸ਼ਰ ਦੇ ਕਾਇਦੇ ਕਾਨੂੰਨ ਹੁਕਮਾਂ ਦੀ ਤੁਸੀਂ ਪਾਲਣਾ ਨਹੀਂ ਕਰੋਗੇ, ਉਹਨਾਂ ਚਿਰ ਤੁਸੀਂ ਰੱਬ ਦੇ ਘਰ ਵਿੱਚ ਪ੍ਰਵੇਸ਼ ਕਰ ਸਕਦੇ। ਮੈਂ ਕੁਝ ਦਿਨ ਪਹਿਲਾਂ ਵੀ ਵਚਨ ਸੁਣਾਇਆ ਕਿ ਯਿਸੂ ਨੂੰ ਕਿਹਾ ਕਿ ਪ੍ਰਭੂ ਜਿਹੜੇ ਸਵਰਗ ਜਾਣ ਵਾਲੇ ਕੀ ਉਹ ਵਿਰਲੇ ਆ? ਪ੍ਰਭੂ ਨੇ ਕਿਹਾ ਜਿਹੜਾ ਸਵਰਗ ਨੂੰ ਜਾਣ ਵਾਲਾ ਰਸਤਾ ਵਾ ਉਹ ਕੀ ਸਿੰਗੜਾ ਵਾ, ਉਹ ਛੋਟਾ ਰਸਤਾ ਵਾ। ਹਾਲੇਲੂਇਆ। ਕਿਉਂਕਿ ਇਨਸਾਨ ਉਹ ਗੱਲਾਂ ਕਬੂਲ ਕਰਦਾ, ਉਹ ਮੰਨਣਾ ਚਾਹੁੰਦਾ ਜਿਹੜੀਆਂ ਸੌਖੀਆਂ ਨੇ, ਪਰ ਉਹ ਆਪਣੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਦੇ ਔਖੀਆਂ ਗੱਲਾਂ ਜਿਹੜੀਆਂ ਮੰਨਣੀਆਂ ਜ਼ਰੂਰੀ ਆ ਉਹਨਾਂ ਨੂੰ ਲਾਗੂ ਕਰਨਾ ਨਹੀਂ ਚਾਹੁੰਦਾ। ਹਾਲੇਲੂਇਆ। ਹਾਲੇਲੂਇਆ। ਉਸ ਨੇ ਉਹਨਾਂ ਨੂੰ ਕੀ ਆਖਿਆ? ਤੂੰ ਭਲਾਈ ਦੇ ਵਿੱਚ ਮੈਨੂੰ ਕਿਉਂ ਪੁੱਛਦਾ ਹੈ? ਭਲਾ ਤਾਂ ਇੱਕੋ ਹੀ ਹੈ, ਪਰ ਜੇ ਤੂੰ ਜੀਵਨ ਵਿੱਚ ਵੜਨਾ ਚਾਹੁੰਦਾ ਹੈ ਤਾਂ ਹੁਕਮਾਂ ਨੂੰ ਮੰਨ। ਹਾਲੇਲੂਇਆ। ਕੀ ਤੁਸੀਂ ਹੁਕਮਾਂ ਨੂੰ ਮੰਨਦੇ ਆ? ਵਚਨ ਚ ਲਿਖਿਆ ਜਦੋਂ ਪਰਮੇਸ਼ਰ ਨੇ ਆਦਮ ਤੇ ਹਵਾ ਨੂੰ ਬਣਾਇਆ ਤੇ ਇੱਕ ਹੁਕਮ ਦਿੱਤਾ। ਹਾਲੇਲੂਇਆ। ਕਿ ਅਦਨ ਦੇ ਬਾਗ ਦੇ ਸਾਰੇ ਫਲਾਂ ਤੋਂ ਤੁਸੀਂ ਦਰਖਤਾਂ ਤੋਂ ਫਲ ਖਾ ਸਕਦੇ ਆ, ਪਰ ਜੋ ਅਦਨ ਦੇ ਬਾਗ ਦੇ ਵਿਚਕਾਰ ਬੂਟਾ ਲੱਗਾ ਵਾ ਤੁਸੀਂ ਉਹਦਾ ਫਲ ਨਹੀਂ। ਹਾਲੇਲੂਇਆ। ਇਹ ਚੀਜ਼ ਨੂੰ ਸਮਝਣਾ, ਅੱਜ ਮੈਂ ਤੁਹਾਨੂੰ ਕੁਝ ਸ਼ੈਤਾਨ ਦੀਆਂ ਜਿਹੜੀਆਂ ਗੱਲਾਂ ਤੁਹਾਨੂੰ ਦੱਸਣਾ, ਉਹਦੀਆਂ ਚਲਾਕੀਆਂ ਦੱਸਣਾ ਵਾ। ਸ਼ੈਤਾਨ ਨੇ ਕਿਹੜੇ ਬੂਟੇ ਤੋਂ ਖਾਣ ਵਾਸਤੇ ਗਿਆ? ਹਾਂਜੀ, ਹਾਲੇਲੂਇਆ। ਸ਼ੈਤਾਨ ਸਾਡੇ ਕੋਲ ਕਿਹੜਾ ਕੰਮ ਕਰਨ ਵਾਸਤੇ ਸਾਨੂੰ ਕੰਪੈਲ ਕਰਦਾ ਵਾ, ਸਾਡੇ ਪਿੱਛੇ ਕੋਸ਼ਿਸ਼ ਕਰਦਾ ਵਾ, ਜ਼ੋਰ ਲਾਉਂਦਾ ਵਾ, ਜਿਹੜਾ ਕੰਮ ਪਰਮੇਸ਼ਰ ਨੇ ਕਰਨ ਤੋਂ ਸਾਨੂੰ ਮਨਾ ਕੀਤਾ। ਹਾਲੇਲੂਇਆ। ਕਿਉਂ ਕਰਾਉਣਾ ਚਾਹੁੰਦਾ ਇਸ ਤਰ੍ਹਾਂ? ਕਿਉਂਕਿ ਜਦੋਂ ਅਸੀਂ ਪਰਮੇਸ਼ਰ ਦਾ ਹੁਕਮ ਤੋੜਦੇ ਆ ਤੇ ਪਰਮੇਸ਼ਰ ਨੂੰ ਸਾਡੇ ਉੱਤੇ ਕ੍ਰੋਧ ਆਉਂਦਾ ਵਾ। ਹਾਲੇਲੂਇਆ। ਉਹਨੂੰ ਸਾਡੇ ਉੱਤੇ ਗੁੱਸਾ ਆਉਂਦਾ, ਤੇ ਜਦੋਂ ਉਹਨੂੰ ਸਾਡੇ ਉੱਤੇ ਗੁੱਸਾ ਆਉਂਦਾ ਵਾ, ਕ੍ਰੋਧ ਆਉਂਦਾ ਵਾ, ਤਾਂ ਉਹ ਸਾਨੂੰ ਸਜ਼ਾ ਦਿੰਦਾ ਵਾ। ਹਾਲੇਲੂਇਆ। ਤੇ ਜਦੋਂ ਸਾਨੂੰ ਸਜ਼ਾ ਮਿਲਦੀ ਤੇ ਸਤਾਨ ਖੁਸ਼ ਹੁੰਦਾ। ਹਾਲੇਲੂਇਆ। ਕਿਉਂ ਖੁਸ਼ ਹੁੰਦਾ ਵਾ? ਕਿਉਂਕਿ ਬਾਈਬਲ ਚ ਲਿਖਿਆ ਕਿ ਜਦੋਂ ਲੂਸੀਫਰ ਨੇ ਪਾਪ ਕੀਤਾ ਤੇ ਬਹੁਤ ਜ਼ਿਆਦਾ ਸ਼ੈਤਾਨੀ ਦੂਤਾਂ ਨੂੰ ਵੀ ਇਹਨੇ ਕੀ ਕੀਤਾ? ਸਵਰਗੀ ਦੂਤਾਂ ਨੂੰ ਵੀ ਇਹਨੇ ਆਪਣੇ ਨਾਲ ਪਾਪ ਵਿੱਚ ਲੈ ਕੇ ਆਂਦਾ ਤੇ ਪਰਮੇਸ਼ਰ ਦੇ ਪ੍ਰਤੀ ਬਗਾਵਤ ਕੀਤੀ ਤੇ ਪਰਮੇਸ਼ਰ ਨੇ ਉਹਨਾਂ ਨੂੰ ਕੀ ਕੀਤਾ? ਸਵਰਗ ਸਥਾਨ ਦੇ ਵਿੱਚੋਂ ਸੁੱਟ ਦਿੱਤਾ। ਹਾਲੇਲੂਇਆ। ਉਸ ਤੋਂ ਬਾਅਦ ਪਰਮੇਸ਼ਰ ਨੇ ਇਨਸਾਨ ਨੂੰ ਆਪਣੀ ਮਹਿਮਾ ਲਈ ਚੁਣਿਆ, ਆਪਣੀ ਮਹਿਮਾ ਲਈ ਤਿਆਰ ਕੀਤਾ। ਉਹ ਇਸੇ ਲਈ ਜਿਹੜੀਆਂ ਖੁਦਾ ਨੇ ਬਣਾਈਆਂ ਚੀਜ਼ਾਂ ਉਹਨਾਂ ਦੇ ਖਿਲਾਫ ਕੰਮ ਕਰਦਾ। ਹਾਲੇਲੂਇਆ। ਇਹ ਸੂਰਜ, ਚੰਦਰਮਾ, ਤਾਰੇ, ਆਕਾਸ਼ ਜੋ ਵੀ ਅਸੀਂ ਦੇਖਦੇ, ਧਰਤੀ ਦੇਖਦੇ, ਮਨੁੱਖ ਜਾਤੀ ਦੇਖਦੇ ਆ, ਸ਼ੈਤਾਨ ਉਹਨਾਂ ਦੇ ਖਿਲਾਫ ਕੀ ਕਰ ਰਿਹਾ ਵਾ? ਕੰਮ। ਹਾਲੇਲੂਇਆ। ਕਿਉਂ ਕਰਦਾ ਵਾ? ਕਿਉਂਕਿ ਉਹ ਪਰਮੇਸ਼ਰ ਦੇ ਦਿਲ ਨੂੰ ਦਿਖਾਉਣਾ ਚਾਹੁੰਦਾ ਹੈ। ਹਾਲੇਲੂਇਆ। ਤੁਸੀਂ ਇੱਕ ਨਵੀਂ ਗੱਡੀ ਲੈ ਕੇ ਆਓਗੇ ਤੇ ਜੇ ਤੁਹਾਨੂੰ ਬਹੁਤ ਚਾਅ ਵਾ ਨਵੀਂ ਗੱਡੀ ਦਾ, ਤੇ ਜਦੋਂ ਕੋਈ ਆਏਗਾ ਤਾਂ ਉਹਨੂੰ ਝਰੀਟਾ ਮਾਰੇਗਾ ਜਾਂ ਉਹਨੂੰ ਪੱਥਰ ਮਾਰੇਗਾ, ਰੋੜਾ ਮਾਰੇਗਾ, ਤਾਂ ਤੁਹਾਨੂੰ ਕੀ ਹੋਣਾ? ਤੇ ਹਾਂਜੀ, ਤੁਹਾਨੂੰ ਗੁੱਸਾ ਆਉਣਾ ਕਿ ਨਹੀਂ? ਕਿਉਂ? ਕਿਉਂਕਿ ਤੁਸੀਂ ਉਹਨੂੰ ਕੀ ਕੀਤਾ ਵਾ? ਖਰੀਦਿਆ ਵਾ। ਹਾਲੇਲੂਇਆ। ਤੁਸੀਂ ਉਹਦੇ ਮਾਲਕ ਆ। ਇਸੇ ਲਈ ਸ਼ੈਤਾਨ ਜਿਹੜੀਆਂ ਚੀਜ਼ਾਂ ਰੱਬ ਦੀਆਂ ਵਾ ਉਹਨਾਂ ਦੇ ਖਿਲਾਫ ਤੁਹਾਨੂੰ ਭੜਕਾਉਂਦਾ ਵਾ, ਉਹਦੇ ਖਿਲਾਫ ਤੁਹਾਡੇ ਕੋਲ ਗਲਤ ਕੰਮ ਕਰਾਉਂਦਾ ਵਾ ਕਿ ਪਰਮੇਸ਼ਰ ਕੀ ਹੋ ਜੇ? ਤੁਹਾਡਾ ਵੈਰੀ ਬਣ ਜੇ, ਪਰਮੇਸ਼ਰ ਤੁਹਾਡੇ ਤੇ ਕ੍ਰੋਧਿਤ ਹੋ ਜੇ। ਹਾਲੇਲੂਇਆ। ਸ਼ੈਤਾਨ ਛੋਟੀਆਂ ਛੋਟੀਆਂ ਗੱਲਾਂ ਵਿੱਚ ਵੀ ਕੀ ਕਰਦਾ ਵਾ? ਹੱਟ ਤੇ ਜਾਲ ਵਸਾ ਕੇ ਰੱਖਣਾ ਚਾਹੁੰਦਾ ਵਾ। ਜਦੋਂ ਅਸੀਂ ਪਾਸਟਰ ਨਰੇਸ਼ਪੁਰ ਜੀ ਦੇ ਨਾਲ ਰਹਿੰਦੇ ਤਾਂ ਉਹਨੇ ਸਾਨੂੰ ਸਿਖਾਇਆ ਹੈ ਕਿ ਸ਼ੈਤਾਨ ਜਿਹੜਾ ਪਹਿਲੇ ਦਿਨ ਸੰਗਲ ਲੈ ਕੇ ਨਹੀਂ ਆਉਂਦਾ ਕਿ ਤੁਹਾਨੂੰ ਬੰਨ ਦਿੰਦਾ ਕਿ ਇੱਕ ਧਾਗੇ ਦੇ, ਜਿਵੇਂ ਸੂਤ ਦਾ ਧਾਗਾ ਕਿੰਨਾ ਬਰੀਕ ਹੁੰਦਾ ਵਾ, ਉਹ ਕੀ ਕਰਦਾ? ਇੱਕ ਧਾਗੇ ਦੇ ਨਾਲ ਸਾਨੂੰ ਮਲਣਾ ਸ਼ੁਰੂ ਵਿੱਚ ਤੁਹਾਡੇ ਕੋਲ ਵੱਡੀਆਂ ਗਲਤੀਆਂ ਨਹੀਂ, ਤੁਹਾਡੀਆਂ ਛੋਟੀਆਂ ਛੋਟੀਆਂ ਗੱਲਾਂ ਤੁਹਾਡੇ ਕੋਲ ਸਾਡੇ ਕੋਲ ਛੋਟੀਆਂ ਛੋਟੀਆਂ ਗਲਤੀਆਂ ਕਰਾਉਂਦਾ। ਹਾਲੇਲੂਇਆ। ਤੁਹਾਡੇ ਮਨ ਵਿੱਚ ਪਾਉਂਦਾ ਤੁਹਾਨੂੰ ਪ੍ਰਾਰਥਨਾ ਦੀ ਕੋਈ ਲੋੜ ਨਹੀਂ ਹੈ। ਤੇ ਜਿਹੜੀ ਸ਼ੈਤਾਨ ਦੀ ਗੱਲ ਉਹਨੂੰ ਤੇ ਬਹੁਤੀ ਜਲਦੀ ਮੰਨ ਲੈਂਦੇ ਆ ਤੇ ਤੁਸੀਂ ਉਦੋਂ ਹੀ ਪ੍ਰਾਰਥਨਾ ਕਰਨੀ ਬੰਦ। ਹਾਲੇਲੂਇਆ। ਤੁਹਾਨੂੰ ਕੋਈ ਮਾੜੀ ਜੀ ਸਲਾਹ ਦੇ ਦੇਣਾ, ਲੈ ਯਾਰ ਪਾਸਟਰ ਤੇ ਵੇਲੇ ਆ, ਤੁਸੀਂ ਕੱਲ ਹੀ ਚਰਚ ਜਾਣਾ ਵਾ, ਘਰੇ ਰੱਬ ਦਾ ਨਾਮ ਲਈ ਜਾਓ,
ਰੱਬ ਦਾ ਹੀ ਨਾਮ ਲੈਣਾ, ਪ੍ਰਭੂ ਦੇ ਹਰ ਜਗ੍ਹਾ ਹੀ ਉਹ ਦਿਲ ਵਿੱਚ ਹੀ ਆ। ਘਰੇ ਦੁਆ ਕਰੀ ਜਾਓ, ਤੇ ਘਰੇ ਰੋਜ਼ਾ ਰੱਖ ਲਓ, ਅੱਜ ਵਚਨ ਪੜ੍ਹੀ ਜਾਓ ਘਰੇ, ਇਹੀ ਕੰਮ ਉੱਥੇ ਕਰਨਾ, ਇਹੀ ਇੱਥੇ ਕਰ ਲਓ। ਹਾਲੇਲੂਇਆ। ਤੇ ਤੁਹਾਡੇ ਮਨ ਵਿੱਚ ਆਉਣੀ ਯਾਰ ਗੱਲ ਤਾਂ ਬਿਲਕੁਲ ਸਹੀ ਆ, ਕਿਉਂ ਨਾ ਮੈਂ ਘਰੇ ਪ੍ਰਾਰਥਨਾ ਕਰੀ ਜਾਂਦਾ। ਹਾਲੇਲੂਇਆ। ਘਰੇ ਅੱਜ ਵਰਤ ਰੱਖ ਲੈਣਾ, ਬਾਈਬਲ ਪੜ੍ਹਦਾ ਵਾ, ਮੈਂ ਘਰੇ ਪਰਮੇਸ਼ਰ ਦੇ ਹੁਕਮ ਨੂੰ ਮੰਨ ਲੈਣਾ, ਮੈਨੂੰ ਚਰਚ ਜਾਣ ਦੀ ਕੋਈ ਜ਼ਰੂਰਤ। ਹਾਲੇਲੂਇਆ। ਪਰ ਪਰਮੇਸ਼ਰ ਨੇ ਕੀ ਕਿਹਾ ਹੈ? ਉਹਨੇ ਕਿਹਾ ਬਸ ਤੁਸੀਂ 6 ਦਿਨ ਹੀ ਕੰਮ ਕਰਨਾ, 7ਵੇਂ ਦਿਨ ਤੁਸੀਂ ਮੇਰੀ ਇਬਾਦਤ। ਹਾਲੇਲੂਇਆ। ਪ੍ਰਭੂ ਨੇ 10ਵਾਂ ਹੁਕਮਾਂ 'ਚ ਇੱਕ ਹੁਕਮ 'ਚ ਵੀ ਨਹੀਂ ਕਿਹਾ ਵੀ ਨਹੀਂ ਤੁਸੀਂ ਘਰੇ ਬਹਿ ਕੇ ਪ੍ਰਾਰਥਨਾ ਕਰ ਲਿਓ, ਤੁਹਾਨੂੰ ਚਰਚ ਜਾਣ ਦੀ ਕੋਈ ਲੋੜ ਨਹੀਂ ਹੈ। ਹਾਲੇਲੂਇਆ। ਰਸੂਲਾਂ ਦੇ ਕਿਤਾਬ ਦਾ 2 ਅਧਿਆਇ ਪੜੋ ਤੇ ਲਿਖਿਆ ਉਹ ਲਗਾਤਾਰ ਕੀ ਕਰਦੇ ਸੀ? ਲੋਕੀ ਇਕੱਠੇ ਹੋ ਕੇ ਸੰਗਤ ਕਰਦੇ, ਲਗਾਤਾਰ ਪ੍ਰਾਰਥਨਾ ਕਰਦੇ, ਲਗਾਤਾਰ ਵਰਤ ਰੱਖਦੇ, ਲਗਾਤਾਰ ਰੋਟੀ ਤੋੜਦੇ, ਪ੍ਰਾਰਥਨਾ ਕਰਨ ਵਿੱਚ ਲੱਗੇ ਰਹਿੰਦੇ। ਉਹ ਸਾਰੇ ਇਕੱਠੇ ਮਿਲ ਕੇ ਕੀ ਕਰ ਰਹੇ ਸੀ? ਪਰਮੇਸ਼ਰ ਦਾ ਕਾਰਿਆ, ਪਰਮੇਸ਼ਰ ਦਾ ਕੰਮ ਕਰ ਰਹੇ। ਇਸੇ ਲਈ ਪਰਮੇਸ਼ਰ ਦਾ ਆਤਮਾ ਬੜੇ ਜ਼ੋਰ ਦੇ ਨਾਲ ਕੀ ਕਰ ਰਿਹਾ ਸੀ? ਉਹਨਾਂ ਦੇ ਵਿੱਚ ਜੁੜੀ ਹੋ ਕੇ ਕੰਮ ਕਰ ਰਿਹਾ। ਹਾਲੇਲੂਇਆ। ਹਾਲੇਲੂਇਆ। ਸ਼ੈਤਾਨ ਜਿਹੜਾ ਸਾਡੀ ਆਤਮਿਕ ਸਪੀਡ ਨੂੰ ਸਲੋ ਕਰਨਾ ਚਾਹੁੰਦਾ, ਔਰ ਸਾਡੇ ਵਿੱਚੋਂ ਜਿਹੜਾ ਮਸਾ ਵਾ ਪਰਮੇਸ਼ਰ ਨੇ ਸਾਨੂੰ ਦਿੱਤਾ, ਉਹਨੂੰ ਹੌਲੀ 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 ਕੀ ਕਰਨਾ ਚਾਹੁੰਦਾ? ਉਹ ਖਤਮ ਕਰਨਾ। ਹਾਲੇਲੂਇਆ। ਜਦੋਂ ਦੇਖੋ ਅਸੀਂ ਅੱਗ ਬਾਲਦੇ ਹਾਂ ਤੇ ਕੀ ਕਰਦੇ ਆ? ਜਦੋਂ ਇੱਕ ਵਾਰੀ ਅੱਗ ਬਲ ਜਾਂਦੀ ਆ, ਕੋਲੇ ਬਣ ਜਾਂਦੇ ਆ, ਤੇ ਅਸੀਂ ਉਹਦੇ ਤੇ ਲੱਕੜ ਰੱਖਦੇ ਰਹਿੰਦੇ ਆ, ਤੇ ਉਹਦੇ ਤੇ ਹੋਰ ਕੋਲੇ ਬਣਦੇ ਜਾਂਦੇ, ਤੇ ਹੋਰ ਉਹਦਾ ਸੇਕ ਵੱਧਦਾ ਜਾਂਦਾ ਵਾ, ਤੇ ਕੋਲੇ ਹੋਰ ਪੀਲੇ ਹੁੰਦੇ ਜਾਂਦੇ। ਹੁੰਦਾ ਕਿ ਨਹੀਂ ਏਦਾਂ? ਹਾਲੇਲੂਇਆ। ਪਰ ਜਿਵੇਂ ਜਿਵੇਂ ਅਸੀਂ ਬਾਲਣ ਪਾਉਣਾ ਬੰਦ ਕਰ ਦਿੰਦੇ ਆ, ਤੇ ਉਹਦਾ ਸੇਕ ਜਿਹੜਾ ਘਟਣਾ ਸ਼ੁਰੂ ਹੋ ਜਾਂਦਾ, ਤੇ ਹੌਲੀ 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 ਉਹ ਕੋਲੇ ਇੰਨੇ ਠੰਡੇ ਹੋ ਜਾਂਦੇ, ਤੇ ਫਿਰ ਉਹ ਕੋਲੇ ਜਿਹੜੇ ਬਿਲਕੁਲ ਕਾਲੇ ਪੈ ਜਾਂਦੇ ਆ, ਉਹਦੇ ਵਿੱਚ ਕੋਈ ਸੇਕ ਜਾਂ ਗੁਰਮੈਸ ਵਾਲਾ ਕੰਮ ਨਹੀਂ ਰਿਹਾ। ਹਾਲੇਲੂਇਆ। ਅੱਜ ਦੇ ਸਮੇਂ 'ਚ ਵੀ ਬਹੁਤ ਸਾਰੇ ਵਿਸ਼ਵਾਸੀ ਜਿਹੜੇ ਆ ਉਹ ਹੌਲੀ 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 ਕੋਲਿਆਂ ਦੀ ਤਰ੍ਹਾਂ ਕੀ ਹੁੰਦੇ ਜਾਂਦੇ ਆ? ਉਹ ਠੰਡੇ ਹੁੰਦੇ। ਹਾਲੇਲੂਇਆ। ਤੇ ਜਦੋਂ ਬਹੁਤੇ ਠੰਡੇ ਹੋ ਜਾਂਦੇ, ਤੁਹਾਨੂੰ ਪਤਾ ਫਿਰ ਕੀ ਹੁੰਦਾ ਵਾ? ਜਿੱਥੇ ਪ੍ਰਭੂ ਦੀ ਅੱਗ ਨਹੀਂ ਹੈਗੀ, ਪਵਿੱਤਰ ਆਤਮਾ ਦਾ ਮਸਾ ਨਹੀਂ ਹੈਗਾ, ਉੱਥੇ ਫਿਰ ਸ਼ੈਤਾਨ ਆਉਂਦਾ। ਹਾਲੇਲੂਇਆ। ਫਿਰ ਉਹ ਆੜ ਕੇ ਕੀ ਕਰਦਾ ਵਾ? ਆਪਣਾ ਕੰਮ ਕਰਨਾ। ਵਚਨ 'ਚ ਕੀ ਲਿਖਿਆ ਸੀ? ਸਿੱਖ ਰਿਹਾ ਕਿ ਤੁਸੀਂ ਹੁਕਮਾਂ ਨੂੰ ਮੰਨੋ, ਪਰਮੇਸ਼ਰ ਦੇ ਵਚਨਾਂ ਨੂੰ ਮੰਨੋ, ਪਰਮੇਸ਼ਰ ਦੀਆਂ ਵਿਧੀਆਂ ਨੂੰ ਮੰਨੋ, ਪਰਮੇਸ਼ਰ ਦੇ ਕਾਨੂੰਨਾਂ ਨੂੰ ਮੰਨੋ। ਹਾਲੇਲੂਇਆ। ਕਿਉਂਕਿ ਰੱਬ ਦੇ ਹੁਕਮ ਮੰਨਣਾ ਹੀ ਸਾਡੀ ਆਤਮਿਕ ਤਾਕਤ ਹੈ। ਹਾਲੇਲੂਇਆ। ਪਰਮੇਸ਼ਰ ਜਿਹੜਾ ਉਹ ਆਪਣੇ ਵਚਨ ਦੁਆਰਾ ਸਾਡੇ ਨਾਲ ਗੱਲ ਕਰਦਾ, ਤੇ ਆਪਣੇ ਵਚਨ ਦੇ ਦੁਆਰਾ ਸਾਨੂੰ ਬਲੈਸ ਕਰਦਾ, ਤੇ ਆਪਣੇ ਵਚਨ ਦੁਆਰਾ ਸਾਨੂੰ ਆਸ਼ੀਸ਼ ਕਰਦਾ। ਹਾਲੇਲੂਇਆ। ਪਰ ਜਦੋਂ ਅਸੀਂ ਰੱਬ ਦੇ ਵਚਨ ਨਹੀਂ ਮੰਨਦੇ, ਅਸੀਂ ਹੌਲੀ 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 ਠੰਡੇ ਹੁੰਦੇ ਜਾਂਦੇ। ਹਾਲੇਲੂਇਆ। ਤੇ ਫਿਰ ਸਾਡੀ ਜ਼ਿੰਦਗੀ 'ਚ ਉਹੀ ਚੀਜ਼ਾਂ ਦੁਬਾਰਾ ਆਉਣੀਆਂ ਸ਼ੁਰੂ ਹੋ ਜਾਂਦੀਆਂ। ਫਿਰ ਪਹਿਲਾਂ ਵਾਂਗੂ ਅਸੀਂ ਝੂਠ ਬੋਲਣਾ ਸ਼ੁਰੂ ਕਰ ਦਿੰਦੇ ਹਾਂ, ਪਹਿਲਾਂ ਵਾਂਗੂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਹਾਂ, ਪਹਿਲਾਂ ਵਾਂਗੂ ਚੁਗਲੀ ਨਿੰਦਿਆ ਕਰਨਾ ਸ਼ੁਰੂ ਕਰ ਦਿੰਦੇ ਹਾਂ, ਪਹਿਲਾਂ ਵਾਂਗੂ ਹੰਕਾਰ ਘਮੰਡ ਕਰਨਾ ਸ਼ੁਰੂ ਕਰ ਦਿੰਦੇ ਹਾਂ। ਤੇ ਕਦੀ ਵੀ ਆਪਣੇ ਆਪ ਨੂੰ ਪਰਖ ਕੇ ਦੇਖ ਸਕਦੇ ਆ, ਜਦੋਂ ਤੁਸੀਂ ਪਰਮੇਸ਼ਰ 'ਚ ਫਸਾ ਜਾਂਦੇ ਤਾਂ ਆਟੋਮੈਟਿਕਲੀ ਉਹ ਦੁਬਾਰਾ ਜਿਹੜੀਆਂ ਚੀਜ਼ਾਂ ਤੁਹਾਡੇ ਵਿੱਚ ਨਿਕਲੀਆਂ ਵਾ, ਉਹ ਫਿਰ ਤੁਹਾਡੇ ਵਿੱਚ ਵਾਪਸ ਆਉਣੀਆਂ। ਹਾਲੇਲੂਇਆ। ਤੁਸੀਂ ਆਪਣੇ ਆਪ ਨੂੰ ਜਾਂਚੋ, ਪਰਖ ਕੇ ਦੇਖੋ ਇਹ ਗੱਲ। ਹੌਲੀ 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 ਤੁਹਾਨੂੰ ਉਸੇ ਜਗ੍ਹਾ ਤੇ ਜਾਣਾ ਪਏਗਾ। ਜਿਵੇਂ ਇਸਰਾਏਲੀ ਮਿਸਰ ਵਿੱਚੋਂ ਨਿਕਲੇ, ਤੇ ਫਿਰ ਵੀ ਉਸ ਰਾਜ ਨੇ ਕੀ ਕੀਤਾ? ਉਹਨਾਂ ਦਾ ਪਿੱਛਾ ਕੀਤਾ। ਕਿਉਂ ਕੀਤਾ? ਕਿਉਂਕਿ ਉਹ ਚਾਹੁੰਦਾ ਕਿ ਉਹ ਮੈਂ ਅਜੇ ਵੀ ਉਹਨਾਂ ਨੂੰ ਫਿਰ ਵਾਪਸ ਲੈ ਕੇ ਆਵਾਂ। ਹਾਲੇਲੂਇਆ। ਕਿਉਂਕਿ ਉਹਨਾਂ ਇਸਰਾਏਲੀ ਜਿਹੜੇ ਲੋਕ ਸੀ ਲੱਖਾਂ ਦੀ ਗਿਣਤੀ ਵਿੱਚ ਹੀ, ਪਰ ਉਹਨਾਂ ਵਿੱਚ ਕੁਝ ਲੋਕ ਇਹੋ ਜਿਹੇ ਗਏ ਸੀ ਜਿਹੜੇ ਬਾਰ-ਬਾਰ ਉਹਨਾਂ ਨੂੰ ਪਿਛਲੀਆਂ ਗੱਲਾਂ ਯਾਦ। ਹਾਲੇਲੂਇਆ। ਉਹ ਕਿਹੜੀਆਂ ਗੱਲਾਂ? ਖਾਣ ਪੀਣ ਦੀਆਂ ਹੀ, ਪਾਉਣ ਦੀਆਂ। ਅੱਜ ਵੀ ਇਹੀ ਹੁੰਦੀਆਂ। ਕਿਸੇ ਵਿਆਹ ਸ਼ਾਦੀ 'ਚ ਚੱਲ ਜਾਓ ਤੇ ਇੱਕ ਦੂਜੇ ਦੀਆਂ ਗੱਲਾਂ ਚੱਲਦੀਆਂ, ਇਸ ਭੈਣ ਨੇ ਬੜਾ ਮਹਿੰਗਾ ਸੂਟ ਪਾਇਆ ਵਾ। ਹਾਲੇਲੂਇਆ। ਪਰ ਮੇਰਾ ਇਸ ਤੋਂ ਵੀ ਮਹਿੰਗਾ ਵਾ। ਹਾਲੇਲੂਇਆ। ਉੱਥੇ ਵੀ ਕਿਹੜੀਆਂ ਸਾਡੀਆਂ ਗੱਲਾਂ ਦੀਆਂ? ਖਾਣ ਦੀਆਂ, ਪੀਣ ਦੀਆਂ, ਪਾਉਣ ਦੀਆਂ, ਦੁਨਿਆਵੀ ਗੱਲਾਂ। ਇਹੀ ਚੀਜ਼ਾਂ ਉਹਨਾਂ ਲੋਕਾਂ ਵਿੱਚ ਸੀ। ਹਾਲੇਲੂਇਆ। ਉਹ ਬਾਰ-ਬਾਰ ਉਹੀ ਗੱਲਾਂ ਨੂੰ ਦੁਹਰਾਉਂਦੇ ਰਹਿੰਦੇ। ਉਹ ਮਿਸਰ 'ਚ ਚੰਗੇ ਹੀ ਉੱਥੇ ਮੀਟ ਖਾਂਦੇ, ਉੱਥੇ ਹੀ ਤੌੜੀਆਂ ਦੇ ਕੋਲ ਬਹਿ ਜਾਂਦੇ। ਹਾਲੇਲੂਇਆ। ਤੇ ਇਹ ਚੀਜ਼ਾਂ ਉਹਨਾਂ ਨੂੰ ਕੀ ਕਰ ਰਹੀਆਂ ਸੀ? ਫਿਰ ਪੁਰਾਣੇ ਮਨੁੱਖਤਾ ਵੱਲ ਨੂੰ, ਪੁਰਾਣੇ ਸੁਭਾਅ ਵਿੱਚ ਲੈ ਕੇ ਜਾ ਰਹੀਆਂ। ਹਾਲੇਲੂਇਆ। ਇਸੇ ਲਈ ਉਹਨੂੰ ਮਿਸਰ ਦੇ ਰਾਜੇ ਨੇ ਵੀ ਕੀ ਕੀਤਾ? ਉਹਨਾਂ ਦਾ ਪਿੱਛਾ ਕੀਤਾ,
ਕਿ ਇਹ ਲੋਕਾਂ ਨੇ ਫਿਰ ਮੇਰੇ ਗੁਲਾਮੀ ਵਿੱਚ ਆ ਜਾਣਾ ਵਾ, ਫਿਰ ਇਹਨਾਂ ਨੂੰ ਮੈਂ ਕਾਬੂ ਕਰ ਲੈਣਾ ਵਾ, ਫਿਰ ਮੇਰੇ ਨਾਲ ਕੋਈ ਇੱਟਾਂ ਪਕਵਾਉਣੀਆਂ ਵਾ, ਸਾਰੇ ਕੰਮ ਫਿਰ ਮੈਂ ਉਹੀ ਇਹਨਾਂ ਕੋ ਕਰਾਉਣਾ। ਹਾਲੇਲੂਇਆ। ਇਹ ਚੀਜ਼ ਸਮਝਣਾ ਵਾ ਤੁਸੀਂ ਕਿ ਮਿਸ਼ਰ ਦਾ ਰਾਜਾ ਤੁਹਾਡੇ ਪਿੱਛੇ ਹੀ ਆ। ਹਾਲੇਲੂਇਆ। ਜਦੋਂ ਤੁਸੀਂ ਢਿੱਲੇ ਪੈ ਗਏ ਉਹਨੇ ਉਸੇ ਵੇਲੇ ਤੁਹਾਡਾ ਪਿੱਛਾ ਕਰਨਾ, ਉਹਨੇ ਤੁਹਾਡੇ ਮਗਰ ਆ ਜਾਣਾ। ਹਾਲੇਲੂਇਆ। ਫੇਰ ਮਗਰ ਆ ਕੇ ਉਹਨੇ ਤੁਹਾਨੂੰ ਕੀ ਕਰਨਾ ਵਾ? ਥੋੜੇ ਦਿਨ ਤੋਂ ਤੁਹਾਨੂੰ ਕੁਝ ਨਹੀਂ ਕਹਿਣਾ। ਮੈਂ ਬੜੇ ਮਸੀਹ ਲੋਕਾਂ ਨੂੰ ਵੇਖਿਆ ਜਿਹੜੇ ਚਰਚ ਨਹੀਂ ਆਉਂਦੇ, ਹਟ ਜਾਂਦੇ ਆ, 6 ਮਹੀਨੇ ਸਾਲ ਨਹੀਂ ਉਹਨਾਂ ਨੂੰ ਕੋਈ ਵੀ ਹੁੰਦਾ, ਪਰ 1 ਸਾਲ ਤੋਂ ਬਾਅਦ ਫਿਰ ਉਹੀ ਮਿਸ਼ਰ ਦਾ ਰਾਜਾ ਆ ਕੇ ਉਹਨਾਂ ਨੂੰ ਤੰਗ ਕਰਨਾ ਸ਼ੁਰੂ ਕਰਦਾ। ਫਿਰ ਉਹੀ ਬਿਮਾਰੀਆਂ ਵਾਪਸ ਆਉਂਦੀਆਂ, ਫਿਰ ਉਹੀ ਉਹਨਾਂ ਦੀਆਂ ਕਮੀਆਂ ਵਾਪਸ ਆਉਂਦੀਆਂ, ਲੜਾਈ ਝਗੜੇ ਕਲੇਸ਼ ਫਿਰ ਵਾਪਸ ਆਉਂਦੇ ਆ, ਫਿਰ ਉਹੀ ਚੀਜ਼ਾਂ ਉਹਨਾਂ ਦੇ ਘਰ ਵਾਪਸ ਆ ਜਾਂਦੀਆਂ ਤੇ ਫਿਰ ਹੌਲੀ ਹੌਲੀ ਉਸ ਘਰ ਨੂੰ ਉਹ ਕੀ ਕਰਦੀਆਂ? ਪੂਰੀ ਤਰ੍ਹਾਂ ਘੇਰ ਲੈਂਦੀਆਂ ਤੇ ਸ਼ੈਤਾਨ ਦਾ ਰਾਜ ਜਿਹੜਾ ਉੱਥੇ ਪੂਰੀ ਤਰ੍ਹਾਂ ਕੰਮ ਕਰਨਾ ਸ਼ੁਰੂ ਹੋ ਜਾਂਦਾ। ਹਾਲੇਲੂਇਆ। ਹਾਲੇਲੂਇਆ। ਕਿੰਨੇ ਜਗ੍ਹਾ ਦਿੱਤੀ ਉਹਨਾਂ ਨੂੰ ਵਾਪਸ ਆਉਣ ਦੀ? ਅਸੀਂ ਖੁਦ ਜਗ੍ਹਾ ਦਿੱਤੀ। ਜਦੋਂ ਅਸੀਂ ਪਰਮੇਸ਼ਰ ਤੋਂ ਪਿੱਛੇ ਜਾਈਏ ਆਟੋਮੈਟਿਕਲੀ, ਜੇ ਚਾਨਣ ਤੋਂ ਪਿੱਛੇ ਜਾਵਾਂਗੇ ਤੇ ਹਨੇਰੇ ਵੱਲ ਹੀ ਜਾਵਾਂਗੇ। ਹਾਲੇਲੂਇਆ। ਤੇ ਜੇ ਚਾਨਣ ਵਿੱਚ ਵੱਧਦੇ ਜਾਵਾਂਗੇ ਤੇ ਹਨੇਰਾ ਸਾਡੇ ਤੋਂ ਦੂਰ ਜਾਈ ਜਾਏਗਾ, ਤੇ ਜੇ ਅਸੀਂ ਹਨੇਰੇ ਵੱਲ ਜਾਵਾਂਗੇ ਤੇ ਚਾਨਣ ਸਾਡੇ ਤੋਂ ਦੂਰ ਚਲੇ ਜਾਏਗਾ। ਹਾਲੇਲੂਇਆ। ਅਸੀਂ ਪੜਾਂਗੇ ਬੁਸ਼ਤਾ ਸਾਰ ਦੀ ਕਿਤਾਬ 4 ਦੇ 1 ਵਚਨ। ਬੁਸ਼ਤਾ ਸਾਰ ਦੀ ਕਿਤਾਬ हे इस्राएल हुण उन्हां विधियां ते कानूनां नूं सुनो। हालेलुया। ये चीज नूं समझो, सानूं विधियां किन्ने दित्तियां वा? सारे ध्यान नाल इधर सुनो बच्चियां ना, खेडो मल्लो ना, इत्थे रब दी हजूरी। हालेलुया। सानूं हुक्म किन्ने दित्ते आ? परमेश्वर ने। हां जी, परमेश्वर ने दित्ते नहीं। किदों हुक्म दित्ते परमेश्वर ने? जदों मूसा 40 दिन दे लई पहाड़ उत्ते गया। हालेलुया। ना उन्हें खादा ते ना उन्हें पीता, उस समय परमेश्वर ने उन्हें 10 हुक्म दिते। हालेलुया। ਉਹ ਹੁਕਮ ਪਰਮੇਸ਼ਰ ਨੇ ਕਲੀਸਿਆ ਤੇ ਲਾਗੂ ਕੀਤੇ ਕਿ ਤੁਸੀਂ ਇਹਨਾਂ ਹੁਕਮਾਂ ਦੀ ਕੀ ਕਰਨੀ ਹੈ? ਪਾਲਣਾ। ਤੁਸੀਂ ਮੇਰੇ ਹੁਕਮਾਂ ਨੂੰ ਮੰਨਣਾ, ਮੇਰੀਆਂ ਵਿਧੀਆਂ ਨੂੰ ਮੰਨਣਾ, ਮੇਰੇ ਕਾਨੂੰਨਾਂ ਨੂੰ ਮੰਨਣਾ। ਕਿਉਂ? ਕਿਤੇ ਤੁਸੀਂ ਧਰਤੀ ਦੇ ਨਾਸ ਨਾ ਹੋ ਜਾਓ। ਹਾਲੇਲੂਇਆ। मूसा दी उम्र कितनी? 120 साल। हालेलुया। जिवें जिवें आदम तो लैके दी अगे नूं करे जाओगे ते उम्र लोकां दी घटदी जांदी है। नूह नबी नूं परमेश्वर ने ਉਹਦੇ ਸਮੇਂ 'ਚ ਕਿਹਾ ਕਿ ਹੁਣ ਮੈਂ ਉਮਰ ਘਟਾ ਕੇ 120 ਸਾਲ ਕਰਤੀ ਆ। ਹਾਲੇਲੂਇਆ। मूसा उन्नी उम्र ਕੱਢੀ ਜਿੰਨੀ ਪ੍ਰਭੂ ਨੇ ਢਾਤੀ, ਉਸ ਤੋਂ ਵੱਧ ਨਹੀਂ ਕੱਢੀ। ਹਾਲੇਲੂਇਆ। ਜਿਵੇਂ ਜਿਵੇਂ ਸੰਸਾਰ ਵੱਧਦਾ ਗਿਆ, ਜਿਵੇਂ ਜਿਵੇਂ ਪਾਪ ਵੱਧਦਾ ਗਿਆ, ਦਾਊਦ ਨਬੀ ਨੇ ਕਹਿਤਾ 70 ਤੋਂ 80 ਸਾਲ। ਹਾਲੇਲੂਇਆ। ਤੇ ਮੈਂ ਦੇਖਣਾ ਜਿਹੜੇ ਅੱਜ ਦੇ ਸਮੇਂ ਦੇ ਹਿਸਾਬ ਨਾਲ ਇਨਸਾਨ ਦੀ ਉਮਰ 50 ਤੋਂ 60 ਸਾਲ। ਇਸ ਮਹੀਨੇ 'ਚ ਕਾਫੀ ਮੌਤਾਂ ਦੇ ਬਾਰੇ ਸੁਣਿਆ, ਸਾਰੇ 60 ਸਾਲ ਤੋਂ ਥੱਲੇ ਮਰੇ ਆ ਲੋਕ। ਹਾਲੇਲੂਇਆ। ਤੇ ਜੇ ਪਾਪ ਹੋਰ ਤਰੱਕੀ ਕਰਦਾ ਗਿਆ ਤੇ ਉਮਰ ਇਨਸਾਨ ਦੀ ਹੋਰ ਥੱਲੇ ਆ ਜਾਣੀ ਆ। ਹਾਲੇਲੂਇਆ। ਪ੍ਰਭੂ ਕਹਿੰਦਾ ਗੱਲ, ਪਰਮੇਸ਼ਰ ਕਹਿੰਦਾ ਇਹਦੇ ਵਿੱਚ ਜਦੋਂ ਪੜੋਗੇ ਤੇ ਬੁਸ਼ਤਾ ਸਾਰ ਕਹਿੰਦਾ ਜੇ ਤੁਸੀਂ ਮੇਰੇ ਹੁਕਮਾਂ ਤੇ ਵਿਧੀਆਂ ਨੂੰ ਨਾ ਮੰਨੋਗੇ, ਇਹ ਨਾ ਹੋਏ ਕਿ ਤੁਹਾਨੂੰ ਪਰਮੇਸ਼ਰ ਧਰਤੀ ਤੋਂ ਖਤਮ ਕਰ ਦੇ। ਹਾਲੇਲੂਇਆ। ਜੇ ਤੇ ਅਸੀਂ ਖਤਮ ਹੋਣਾ ਚਾਹੁੰਦੇ ਜਲਦੀ, ਇਹ ਸਾਨੂੰ ਰੱਬ ਦਾ ਹੁਕਮ ਮੰਨਣ ਦੀ ਕੋਈ ਜ਼ਰੂਰਤ ਨਹੀਂ ਹੈ। ਪਰ ਜੇ ਉਮਰ ਲੰਬੀ ਚਾਹੁੰਦੇ ਆ, ਆਪਣੀ ਜ਼ਿੰਦਗੀ 'ਚ ਤੰਦਰੁਸਤੀ ਚਾਹੁੰਦੇ ਆ, ਸੁੱਖ ਚਾਹੁੰਦੇ ਆ, ਆਪਣੇ ਬੱਚਿਆਂ ਤੋਂ ਸੁੱਖ ਚਾਹੁੰਦੇ ਆ, ਤੇ ਸਾਨੂੰ ਕੀ ਕਰਨਾ ਚਾਹੀਦਾ? ਸਾਨੂੰ ਰੱਬ ਦੇ ਹੁਕਮਾਂ ਤੇ ਵਿਧੀਆਂ ਨੂੰ ਮੰਨਣਾ। ਹਾਲੇਲੂਇਆ। ਕਿਉਂਕਿ ਜੇ ਅਸੀਂ ਨਹੀਂ ਮੰਨਾਂਗੇ ਤੇ ਇਹਦੇ ਨਾ ਮੰਨਣ ਕਰਕੇ ਸਾਡੇ ਅੱਗੇ ਸਾਰੀਆਂ ਮੁਸ਼ਕਲਾਂ ਆਉਣੀਆਂ। ਬੁਸ਼ਤਾ 28 ਦੇ ਘਰ ਜਾ ਕੇ ਪੜਿਓ। ਮੈਂ ਤੇ ਜ਼ਰੂਰ ਅਪੀਲ ਕਰੂੰਗਾ ਕਿ 28 ਦੇ ਆਇਤ ਹਫ਼ਤੇ 'ਚ ਇੱਕ ਵਾਰੀ ਜ਼ਰੂਰ ਪੜਿਆ ਕਰੋ। ਪਰਮੇਸ਼ਰ ਨੂੰ ਮੰਨਣ ਨਾਲ ਬਰਕਤਾਂ ਤੇ ਨਾ ਮੰਨਣ ਕਰਕੇ। ਹਾਲੇਲੂਇਆ। ਵਚਨ ਕੀ ਕਹਿੰਦਾ ਵਾ? ਕਹਿੰਦਾ ਜੇ ਤੁਸੀਂ ਮੇਰੇ ਵਚਨਾਂ ਨੂੰ ਧਿਆਨ ਨਾਲ ਸੁਣੋਗੇ ਤੇ ਮੰਨੋਗੇ ਤੇ ਮੈਂ ਧਰਤੀ ਦੀਆਂ ਸਾਰੀਆਂ ਕੌਮਾਂ ਵਿੱਚ ਤੁਹਾਨੂੰ ਉੱਚਾ। ਹਾਲੇਲੂਇਆ।